Good morning, students. Today we will read chapter number 8, ਵਫ਼ਾਦਾਰੀ। ਇਸ ਕਹਾਣੀ ਵਿੱਚ ਇੱਕ ਤੋਤੇ ਦੀ ਵਫ਼ਾਦਾਰੀ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਇਹ ਵੀ ਸਿੱਖਿਆ ਮਿਲਦੀ ਹੈ ਕਿ ਪੰਛੀ ਜਾਂ ਜਾਨਵਰ ਵੀ ਸਾਡੇ ਪਿਆਰ ਦੇ ਪਾਤਰ ਹਨ। ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਕੁਝ ਸਾਲ ਪਹਿਲਾਂ ਉਸ ਦੀ ਪਤਨੀ ਰੱਬ ਨੂੰ ਪਿਆਰੀ ਹੋ ਗਈ। ਉਸ ਦੇ 2 ਲੜਕੇ ਅਤੇ 2 ਲੜਕੀਆਂ ਸਨ। ਲੜਕੀਆਂ ਵਿਆਹੀਆਂ ਗਈਆਂ ਅਤੇ ਲੜਕੇ ਦੂਰ ਸ਼ਹਿਰ ਵਿੱਚ ਜਾ ਕੇ ਨੌਕਰੀਆਂ ਕਰਨ ਲੱਗ ਪਏ ਅਤੇ ਸ਼ਹਿਰ ਜੋਗੇ ਹੀ ਹੋ ਕੇ ਰਹਿ ਗਏ। ਇਸ ਕਰਕੇ ਉਹ ਬਿਲਕੁਲ ਇਕੱਲਾ ਰਹਿੰਦਾ ਸੀ। ਉਸਦੇ ਪਿੰਡ ਦੇ ਨੇੜੇ ਹੀ ਇੱਕ ਜੰਗਲ ਸੀ, ਜਿੱਥੇ ਉਹ ਹਰ ਰੋਜ਼ ਜਾਂਦਾ ਅਤੇ ਕੁਝ ਲੱਕੜਾਂ ਵੱਢ ਲਿਆਉਂਦਾ ਸੀ। ਉਹ ਲੱਕੜਾਂ ਪਿੰਡ ਵਿੱਚ ਵੇਚ ਦਿੰਦਾ, ਜਿਸ ਨਾਲ ਉਸ ਦਾ ਰੋਟੀ ਪਾਣੀ ਤੁਰਿਆ ਜਾਂਦਾ ਸੀ। ਜੰਗਲ ਜਿੱਥੇ ਉਹ ਲੱਕੜਾਂ ਵੱਢਣ ਜਾਂਦਾ ਸੀ, ਉਸ ਨੂੰ ਬੜਾ ਚੰਗਾ ਲੱਗਦਾ ਸੀ। ਇੱਕ ਤਾਂ ਉਸ ਨੂੰ ਉੱਥੋਂ ਜੀਵਨ ਨਿਰਵਾਹ ਲਈ ਲੱਕੜਾਂ ਮਿਲਦੀਆਂ ਸਨ ਅਤੇ ਦੂਸਰਾ ਉੱਥੋਂ ਦੇ ਪਸ਼ੂ ਪੰਛੀਆਂ ਨਾਲ ਉਸ ਨੂੰ ਮੋਹ ਹੋ ਗਿਆ ਸੀ। ਇੱਕ ਦਿਨ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਕਿ ਉਸ ਨੂੰ ਕਿਸੇ ਤੋਤੇ ਦੇ ਪੀੜ ਨਾਲ ਕਰਾਉਣ ਦੀ ਆਵਾਜ਼ ਆਈ। ਉਸਨੇ ਆਪਣੀ ਕੁਹਾੜੀ ਉੱਥੇ ਹੀ ਰੱਖ ਦਿੱਤੀ ਅਤੇ ਆਪ ਉਸ ਪਾਸੇ ਦੌੜਿਆ ਜਿਸ ਪਾਸਿਓਂ ਤੋਤੇ ਦੀ ਆਵਾਜ਼ ਆ ਰਹੀ ਸੀ। ਲੱਕੜਹਾਰੇ ਨੇ ਵੇਖਿਆ, ਨੇੜੇ ਹੀ ਕੰਡਿਆਲੀ ਝਾੜੀ ਵਿੱਚ ਇੱਕ ਤੋਤਾ ਫਸਿਆ ਹੋਇਆ ਹੈ। ਲੱਕੜਹਾਰੇ ਨੇ ਬੜੇ ਧਿਆਨ ਨਾਲ ਤੋਤੇ ਨੂੰ ਝਾੜੀ ਵਿੱਚੋਂ ਕੱਢਿਆ। ਤੋਤਾ ਪੀੜ ਨਾਲ ਕੁਰਲਾ ਰਿਹਾ ਸੀ। ਲੱਕੜਹਾਰੇ ਨੇ ਸਭ ਤੋਂ ਪਹਿਲਾਂ ਉਸ ਦੇ ਚੁਭੇ ਹੋਏ ਕੰਡੇ ਕੱਢੇ, ਫਿਰ ਉਸ ਨੂੰ ਪਾਣੀ ਪਿਆਇਆ। ਆਪਣੀ ਰੋਟੀ ਵਿੱਚੋਂ ਅੱਧੀ ਰੋਟੀ ਕੱਢ ਕੇ ਅਤੇ ਉਸ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਖਵਾਉਣ ਦੀ ਕੋਸ਼ਿਸ਼ ਕੀਤੀ। ਤੋਤੇ ਨੇ ਸਿਰਫ 2-3 ਟੁਕੜੇ ਹੀ ਖਾਧੇ। ਤੋਤੇ ਨੂੰ ਪਹਿਲਾਂ ਕੰਡੇ ਕੱਢਣ ਨਾਲ ਅਤੇ ਫਿਰ ਪਾਣੀ ਪੀਣ ਨਾਲ ਥੋੜ੍ਹਾ ਆਰਾਮ ਮਹਿਸੂਸ ਹੋਇਆ। ਰੋਟੀ ਖਾਣ ਤੋਂ ਬਾਅਦ ਉਸਨੇ ਆਪਣੇ ਖੰਭ ਫੜਫੜਾਉਣ ਦੀ ਕੋਸ਼ਿਸ਼ ਕੀਤੀ, ਪਰ ਜ਼ਖਮ ਹੋਣ ਕਰਕੇ ਉਸਦੀ ਪੇਸ਼ ਨਾ ਗਈ। ਲੱਕੜਹਾਰੇ ਨੇ ਆਪਣਾ ਕੰਮ ਉੱਥੇ ਹੀ ਛੱਡ ਕੇ ਕੁਹਾੜਾ ਚੁੱਕਿਆ ਅਤੇ ਤੋਤੇ ਨੂੰ ਲੈ ਕੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਸਨੇ ਤੋਤੇ ਦੇ ਜ਼ਖਮਾਂ ਉੱਪਰ ਮੱਲਮ ਲਗਾਈ ਅਤੇ ਆਰਾਮ ਕਰਨ ਲਈ ਇੱਕ ਪਿੰਜਰੇ ਵਿੱਚ ਬਿਠਾ ਦਿੱਤਾ। ਉਹ ਰੋਜ਼ ਸਵੇਰੇ ਸ਼ਾਮ ਲੱਕੜਹਾਰਾ ਤੋਤੇ ਨੂੰ ਪਿੰਜਰੇ ਵਿੱਚੋਂ ਕੱਢਦਾ, ਉਸਨੂੰ ਮੱਲਮ ਲਗਾਉਂਦਾ, ਉਸਨੂੰ ਬੜੇ ਪਿਆਰ ਨਾਲ ਰੋਟੀ ਖਵਾਉਂਦਾ, ਪਾਣੀ ਪਿਆਉਂਦਾ। ਉਸਦੀ ਸੇਵਾ ਨਾਲ ਤੋਤਾ ਹੌਲੀ-ਹੌਲੀ ਠੀਕ ਹੋਣ ਲੱਗਾ। ਹੁਣ ਦੋਵਾਂ ਵਿੱਚ ਪਿਆਰ ਪੈਣਾ ਸ਼ੁਰੂ ਹੋ ਗਿਆ। ਤੋਤਾ ਰੋਟੀ ਖਾਂਦਾ-ਖਾਂਦਾ ਕਦੀ ਉਸਦੇ ਮੋਢੇ ਉੱਪਰ ਬੈਠ ਜਾਂਦਾ ਅਤੇ ਕਦੀ ਸਿਰ ਉੱਪਰ। ਇੱਕ ਦਿਨ ਲੱਕੜਹਾਰਾ ਤੋਤੇ ਨੂੰ ਰੋਟੀ ਖੁਆ ਕੇ ਉਸਨੂੰ ਪਿੰਜਰੇ ਵਿੱਚ ਬਿਠਾ ਕੇ ਜੰਗਲ ਵਿੱਚ ਲੱਕੜਾਂ ਕੱਟਣ ਗਿਆ। ਉਹ ਪਿੰਜਰੇ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ। ਤੋਤਾ ਪਿੰਜਰੇ ਵਿੱਚੋਂ ਬਾਹਰ ਨਿਕਲਿਆ ਅਤੇ ਘਰ ਵਿੱਚ ਹੀ ਲੱਗੇ ਨਿੰਮ ਦੇ ਦਰੱਖਤ ਉੱਪਰ ਜਾ ਬੈਠਾ। ਦਰੱਖਤ ਉੱਪਰ ਬੈਠਿਆਂ ਜਦੋਂ ਉਸਨੇ ਅਸਮਾਨ ਵਿੱਚ ਹੋਰ ਪੰਛੀ ਉਡਾਰੀਆਂ ਭਰਦੇ ਵੇਖੇ ਤਾਂ ਉਸਦੇ ਪਰ ਵੀ ਫੜਫੜਾਉਣ ਲੱਗੇ, ਪਰ ਉਹ ਅਜੀਬ ਦੁਚਿੱਤੀ ਵਿੱਚ ਪੈ ਗਿਆ। ਇੱਕ ਪਾਸੇ ਉਹ ਲੱਕੜਹਾਰੇ ਦਾ ਪਿਆਰ ਵੇਖ ਰਿਹਾ ਸੀ, ਜਿਸ ਨੇ ਉਸਨੂੰ ਕੰਡਿਆਲੀ ਝਾੜੀ ਵਿੱਚੋਂ ਕੱਢ ਕੇ ਉਸਦਾ ਇਲਾਜ ਕੀਤਾ ਅਤੇ ਸੇਵਾ ਕੀਤੀ ਸੀ। ਦੂਸਰੇ ਪਾਸੇ ਅਸਮਾਨ ਵਿੱਚ ਚਹਿਕਦੇ ਅਤੇ ਤਾਰੀਆਂ ਲਾਉਂਦੇ ਪੰਛੀ ਉਸਨੂੰ ਚੰਗੇ ਲੱਗ ਰਹੇ ਸਨ। ਅਖੀਰ ਉਸਨੇ ਇਹ ਸੋਚਿਆ ਕਿ ਆਜ਼ਾਦੀ ਉਸਦਾ ਜਮਾਂਦਰੂ ਅਧਿਕਾਰ ਹੈ ਅਤੇ ਖੰਭਾਂ ਦੇ ਹੁੰਦਿਆਂ ਪਿੰਜਰੇ ਵਿੱਚ ਬੰਦ ਰਹਿਣਾ ਬੁਜ਼ਦਿਲੀ ਹੈ। ਜੇ ਅੱਜ ਮੌਕਾ ਮਿਲਿਆ ਹੀ ਹੈ ਤਾਂ ਮੈਨੂੰ ਪਿੰਜਰੇ 'ਚੋਂ ਮੁਕਤੀ ਪਾ ਲੈਣੀ ਚਾਹੀਦੀ ਹੈ। ਇਸ ਸੋਚ ਦੇ ਆਉਂਦਿਆਂ ਹੀ ਉਸ ਨੇ ਉਡਾਰੀ ਲਗਾਈ ਅਤੇ ਜੰਗਲ ਵਾਲੇ ਪਾਸੇ ਚਲਾ ਗਿਆ। ਲੱਕੜਹਾਰਾ ਜੰਗਲ ਵਿੱਚੋਂ ਲੱਕੜਾਂ ਲੈ ਕੇ ਜਦੋਂ ਘਰ ਆਇਆ ਤਾਂ ਉਸਨੇ ਵੇਖਿਆ ਕਿ ਪਿੰਜਰੇ ਦਾ ਦਰਵਾਜ਼ਾ ਖੁੱਲ੍ਹਾ ਹੈ ਅਤੇ ਪਿੰਜਰਾ ਖਾਲੀ ਹੈ। ਉਸਦਾ ਉੱਪਰਲਾ ਸਾਹ ਉੱਪਰ ਅਤੇ ਹੇਠਲਾ ਹੇਠਾਂ ਹੀ ਰਹਿ ਗਿਆ। ਉਸ ਦੇ ਦਿਲ ਨੂੰ ਕੁਝ ਹੋਣ ਲੱਗਾ। ਇਕੱਲਾ ਹੋਣ ਕਾਰਨ ਉਸ ਨੂੰ ਇੱਕ ਆਹਰ ਲੱਭ
ਪਿਆ ਸੀ ਅਤੇ ਤੋਤੇ ਨੂੰ ਆਪਣੇ ਛੋਟੇ ਬੱਚੇ ਵਾਂਗ ਹੀ ਸਮਝਣ ਲੱਗਾ ਸੀ। ਉਸ ਨੇ ਰਾਤੀ ਰੋਟੀ ਵੀ ਨਾ ਖਾਧੀ ਅਤੇ ਉਸੇ ਤਰ੍ਹਾਂ ਹੀ ਭੁੱਖਣ-ਭਾਣਾ ਸੌਂ ਗਿਆ। ਅਗਲੇ ਦਿਨ ਸਵੇਰੇ ਲੱਕੜਹਾਰਾ ਉੱਠਿਆ। ਉਸ ਦਾ ਜੰਗਲ ਵੱਲ ਜਾਣ ਲਈ ਉੱਕਾ ਹੀ ਦਿਲ ਨਹੀਂ ਸੀ ਕਰ ਰਿਹਾ। ਉਹ ਸਾਰਾ ਦਿਨ ਆਪਣੇ ਪਿਆਰੇ ਤੋਤੇ ਦੀ ਯਾਦ ਵਿੱਚ ਘਰੇ ਹੀ ਲੇਟਿਆ ਰਿਹਾ। ਅਗਲੇ ਦਿਨ ਉਸ ਨੇ ਆਪਣੇ ਦਿਲ ਨੂੰ ਪੱਕਾ ਕੀਤਾ। ਜੀਵਨ ਨਿਰਬਾਹ ਲਈ ਉਸ ਲਈ ਕੰਮ ਤੇ ਉਸ ਨੂੰ ਕਰਨਾ ਹੀ ਪੈਣਾ ਸੀ। ਉਹ ਵੱਧਦਾ-ਰੁੱਧਾ ਆਪਣਾ ਕੁਹਾੜਾ ਲੈ ਕੇ ਜੰਗਲ ਵੱਲ ਤੁਰ ਪਿਆ। ਜੰਗਲ ਜਾ ਕੇ ਉਸ ਨੇ ਲੱਕੜਾਂ ਵੱਢਣੀਆਂ ਸ਼ੁਰੂ ਕੀਤੀਆਂ, ਪਰ ਉਸ ਦਾ ਧਿਆਨ ਮੁੜ ਤੋਤੇ ਵੱਲ ਹੀ ਜਾ ਰਿਹਾ ਸੀ। ਉਸ ਨੇ ਆਪਣਾ ਕੁਹਾੜਾ ਰੱਖ ਦਿੱਤਾ ਅਤੇ ਉਸ ਕੰਡਿਆਲੀ ਝਾੜੀ ਵੱਲ ਤੁਰ ਪਿਆ, ਜਿਸ ਝਾੜੀ ਵਿੱਚ ਤੋਤਾ ਫਸਿਆ ਪਿਆ ਸੀ। ਝਾੜੀ ਕੋਲ ਜਾ ਕੇ ਉਹ ਬੈਠ ਗਿਆ। ਉਸ ਨੇ ਵੇਖਿਆ, ਝਾੜੀ ਵਿੱਚ ਤੋਤੇ ਦਾ ਇੱਕ ਖੰਭ ਅਜੇ ਵੀ ਅੜਿਆ ਪਿਆ ਹੈ। ਉਸ ਨੇ ਉਹ ਖੰਭ ਕੱਢਿਆ। ਖੰਭ ਕੱਢਣ ਲੱਗਿਆਂ ਉਸ ਦੇ ਆਪਣੇ ਹੱਥ ਵਿੱਚ ਇੱਕ ਕੰਡਾ ਚੁੱਭ ਗਿਆ ਅਤੇ ਉੱਥੋਂ ਥੋੜ੍ਹਾ ਖੂਨ ਵਗਣ ਲੱਗ ਪਿਆ। ਖੰਭ ਨੂੰ ਹੱਥ ਵਿੱਚ ਲੈ ਕੇ ਉਹ ਮੁੜ ਫੁੱਟ-ਫੁੱਟ ਕੇ ਰੋਣ ਲੱਗਾ। ਤੋਤਾ ਜੰਗਲ ਵਿੱਚ ਉੱਡਦਾ-ਉੱਡਦਾ ਉਸ ਕੰਡਿਆਲੀ ਝਾੜੀ ਦੇ ਉੱਤੋਂ ਲੰਘਿਆ। ਉਸ ਨੇ ਹੇਠਾਂ ਝਾਤੀ ਮਾਰੀ ਤਾਂ ਉਸ ਨੂੰ ਝਾੜੀ ਵੇਖ ਕੇ ਸਾਰਾ ਕੁਝ ਯਾਦ ਆ ਗਿਆ। ਉਸ ਨੇ ਵੇਖਿਆ ਕਿ ਲੱਕੜਹਾਰਾ ਵੀ ਉਸੇ ਕੰਡਿਆਲੀ ਝਾੜੀ ਕੋਲ ਬੈਠਾ ਰੋ ਰਿਹਾ ਹੈ। ਤੋਤਾ ਥੱਲੇ ਉਤਰਿਆ ਅਤੇ ਚੁੱਪਚਾਪ ਕਰਕੇ ਲੱਕੜਹਾਰੇ ਦੇ ਮੋਢੇ ਉੱਪਰ ਬੈਠ ਗਿਆ। ਲੱਕੜਹਾਰਾ ਆਪਣੇ ਪਿਆਰੇ ਤੋਤੇ ਨੂੰ ਮੋਢੇ ਉੱਪਰ ਬੈਠਾ ਵੇਖ ਕੇ ਖੁਸ਼ੀ ਨਾਲ ਉੱਛਲ ਪਿਆ। ਲੱਕੜਹਾਰੇ ਨੇ ਉਸ ਨੂੰ ਆਪਣੇ ਹੱਥ ਵਿੱਚ ਫੜ ਕੇ ਖੂਬ ਚੁੰਮਿਆ, ਪਿਆਰ ਕੀਤਾ। ਉਹ ਆਪਣਾ ਸਾਰਾ ਦੁੱਖ-ਦਰਦ ਭੁੱਲ ਗਿਆ। ਵਿਛੋੜਾ ਅਚਾਨਕ ਮਿਲਣ ਵਿੱਚ ਬਦਲ ਗਿਆ। ਲੱਕੜਹਾਰਾ ਤੋਤੇ ਨੂੰ ਲੈ ਕੇ ਘਰ ਪਹੁੰਚਿਆ। ਉਸ ਨੇ ਘਰ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਪਿੰਜਰਾ ਬਾਹਰ ਸੁੱਟਿਆ। ਹੁਣ ਉਹ ਇਕੱਠੇ ਰਹਿੰਦੇ। ਤੋਤੇ ਦਾ ਜਦੋਂ ਜੀਅ ਕਰਦਾ, ਅਸਮਾਨ ਵਿੱਚ ਉਡਾਰੀਆਂ ਲਾਉਂਦਾ। ਉਹ ਆਪਣੇ ਲੱਕੜਹਾਰੇ ਦੇ ਨਾਲ-ਨਾਲ ਉੱਡਦਾ ਜੰਗਲ ਵੱਲ ਜਾਂਦਾ ਅਤੇ ਸ਼ਾਮੀਂ ਉਸ ਦੇ ਨਾਲ ਹੀ ਵਾਪਸ ਘਰ ਆ ਜਾਂਦਾ। ਦੋਵੇਂ ਪੂਰੀ ਆਜ਼ਾਦੀ ਅਤੇ ਪਿਆਰ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲੱਗੇ। ਨਾਉ ਔਖੇ ਸ਼ਬਦਾਂ ਦੇ ਅਰਥ। ਰੱਬ ਨੂੰ ਪਿਆਰੀ ਹੋ ਜਾਣਾ, ਮਰ ਜਾਣਾ, ਨਿਰਬਾਹ, ਗੁਜ਼ਾਰਾ, ਪੀੜ, ਦਰਦ, ਫੜਫੜਾਉਣਾ, ਖੰਭ ਹਿਲਾਉਣਾ, ਅਧਿਕਾਰ, ਹੱਕ, ਮੁਕਤੀ ਪਾਉਣੀ, ਆਜ਼ਾਦੀ ਪ੍ਰਾਪਤ ਕਰਨੀ, ਆਹਰ, ਕੰਮ, ਅੜਿਆ, ਫਸਿਆ, ਵੱਢ, ਕੱਟ, ਮੋਹ, ਪਿਆਰਾ, ਕਰਾਉਣ, ਦੁਖੀ ਆਵਾਜ਼ ਵਿੱਚ ਬੋਲਣਾ, ਜਮਾਂਦਰੂ, ਜਨਮ ਤੋਂ, ਬੁਜ਼ਦਿਲੀ, ਕਾਇਰਤਾ, ਵੱਧਦਾ-ਰੁੱਧਾ, ਮਜਬੂਰੀ ਬਸ, ਝਾਤੀ ਮਾਰੀ, ਦੇਖਿਆ, ਮਿਲਣ। ਨਾਉ ਬਹੁ-ਵਿਕਲਪੀ ਪ੍ਰਸ਼ਨ। ਊੜਾ, ਲੱਕੜਹਾਰੇ ਨੂੰ ਤੋਤਾ ਕਿਸ ਹਾਲਤ ਵਿੱਚ ਮਿਲਿਆ? ਜ਼ਖਮੀ। ਐੜਾ, ਲੱਕੜਹਾਰੇ ਨੇ ਤੋਤੇ ਦੇ ਜ਼ਖਮਾਂ ਤੇ ਕੀ ਲਾਇਆ? ਮੱਲ੍ਹਮ। ਤੋਤਾ ਕਿਹੜੇ ਦਰੱਖਤ ਤੇ ਬੈਠਾ ਸੀ? ਨਿੰਮ ਦੇ। ਬੁਜ਼ਦਿਲੀ ਦਾ ਕੀ ਅਰਥ ਹੈ? ਕਾਇਰਤਾ। ਤੋਤਾ ਥੱਲੇ ਉਤਰ ਕੇ ਲੱਕੜਹਾਰੇ ਦੇ ਕਿੱਥੇ ਬੈਠ ਗਿਆ? ਮੋਢੇ ਤੇ। ਅੱਗੇ ਆ ਬੇਟੇ ਵਾਕਾਂ ਵਿੱਚ ਵਰਤੋ। ਰੱਬ ਨੂੰ ਪਿਆਰੀ ਹੋ ਜਾਣਾ। ਕੱਲ੍ਹ ਮਨਜੀਤ ਦੀ ਮਾਂ ਅਚਾਨਕ ਹੀ ਰੱਬ ਨੂੰ ਪਿਆਰੀ ਹੋ ਗਈ। ਕੰਡਿਆਲੀ ਝਾੜੀ ਤੋਂ ਦੂਰ ਰਹੋ। ਕਰਾਉਣਾ, ਤੋਤੇ ਨੇ ਕਰਾਉਣਾ ਸ਼ੁਰੂ ਕਰ ਦਿੱਤਾ। ਮੱਲ੍ਹਮ, ਜ਼ਖਮ ਤੇ ਮੱਲ੍ਹਮ ਲਗਾਓ। ਬੁਜ਼ਦਿਲੀ, ਪਿੰਜਰੇ ਵਿੱਚ ਰਹਿਣਾ ਬੁਜ਼ਦਿਲੀ ਹੈ। ਵੱਧਦਾ-ਰੁੱਧਾ, ਲੱਕੜਹਾਰਾ ਵੱਧਦਾ-ਰੁੱਧਾ ਘਰ ਆ ਗਿਆ। ਖਾਲੀ ਥਾਵਾਂ ਭਰੋ। ਊੜਾ, ਲੱਕੜਹਾਰਾ ਪਿੰਡ ਵਿੱਚ ਹੀ ਰਹਿੰਦਾ ਸੀ, ਇਕੱਲਾ। ਐੜਾ, ਲੱਕੜਹਾਰੇ ਨੇ ਇੱਕ ਤੋਤੇ ਦੇ ਦੀ ਆਵਾਜ਼ ਸੁਣੀ। ਕਰਾਉਣ। ਈੜੀ, ਉਸ ਨੇ ਤੋਤੇ ਦੇ ਤੇ ਮੱਲ੍ਹਮ ਲਾਈ। ਜ਼ਖਮਾਂ। ਤੋਤਾ ਵਿੱਚ ਪੈ ਗਿਆ। ਦੁਚਿੱਤੀ।
ਉਸ ਰਾਤ ਉਹ ਡੈਸ਼ ਹੀ ਸੌਂ ਗਿਆ। ਭੁੱਖਣਪਣ। ਅੱਗੇ ਠੀਕ ਤੇ ਗਲਤ 'ਤੇ ਨਿਸ਼ਾਨ ਲਗਾਓ। ਊੜਾ ਲੱਕੜਹਾਰਾ ਕਾਫੀ ਅਮੀਰ ਸੀ। ਕ੍ਰੋਸ। ਲੱਕੜਹਾਰਾ ਲੱਕੜਾਂ ਵੇਚ ਕੇ ਗੁਜ਼ਾਰਾ ਕਰਦਾ ਸੀ। ਟਿਕ। ਲੱਕੜਹਾਰੇ ਨੇ ਤੋਤੇ ਦੀ ਜਾਨ ਬਚਾਈ। ਟਿਕ। ਤੋਤੇ ਨੇ ਆਜ਼ਾਦੀ ਨੂੰ ਆਪਣਾ ਜਮਾਂਦਰੂ ਅਧਿਕਾਰ ਸਮਝਿਆ। ਟਿਕ। ਲੱਕੜਹਾਰਾ ਤੋਤੇ ਨੂੰ ਫੜ ਕੇ ਪਿਆਰ ਕਰਦਾ ਸੀ। ਟਿਕ। ਅੱਗੇ ਬੇਟੇ ਲਿੰਗ ਬਦਲੋ ਹੈ ਲੱਕੜਹਾਰਾ, ਲੱਕੜਹਾਰੀ, ਤੋਤਾ, ਤੋਤੀ ਜਾਂ ਮੈਂ। ਪੁੱਤਰ, ਪੁੱਤਰੀ, ਪਤੀ, ਪਤਨੀ, ਲੜਕਾ, ਲੜਕੀ। ਅੱਗੇ ਹੇਠਾਂ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ। ਪੁਰਾਣਾ, ਨਵਾਂ, ਪਿੰਡ, ਸ਼ਹਿਰ, ਨੇੜੇ, ਦੂਰ, ਵੇਚਣਾ, ਖਰੀਦਣਾ, ਵੱਢਣਾ, ਜੋੜਨਾ, ਅੱਧੀ, ਸਾਰੀ ਜਾਂ ਪੂਰੀ। ਐਂਡ ਵਿੱਚ ਦੇਖੋ ਬੇਟੇ ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ਲਿਖੋ। ਲੱਕੜਾਂ ਕੱਟਣ ਵਾਲਾ ਲੱਕੜਹਾਰਾ, ਮਿੱਟੀ ਦੇ ਭਾਂਡੇ ਬਣਾਉਣ ਵਾਲਾ ਘੁਮਿਆਰ, ਲੱਕੜੀ ਦਾ ਕੰਮ ਕਰਨ ਵਾਲਾ ਤਰਖਾਣ, ਲੋਹੇ ਦਾ ਕੰਮ ਕਰਨ ਵਾਲਾ ਲੋਹਾਰ, ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ, ਕੱਪੜੇ ਸਿਉਣ ਵਾਲਾ ਦਰਜੀ, ਕੱਪੜੇ ਧੋਣ ਵਾਲਾ ਧੋਬੀ। ਅੱਗੇ ਕੁਐਸਚਨ ਆਨਸਰ ਬੇਟਾ। ਪ੍ਰਸ਼ਨ ਲੱਕੜਹਾਰਾ ਇਕੱਲਾ ਕਿਉਂ ਰਹਿ ਗਿਆ ਸੀ? ਉੱਤਰ ਕਿਉਂਕਿ ਉਸਦੀ ਪਤਨੀ ਮਰ ਗਈ ਸੀ, ਲੜਕੀਆਂ ਦੇ ਵਿਆਹ ਹੋ ਗਏ ਸਨ ਅਤੇ ਲੜਕੇ ਸ਼ਹਿਰ ਵਿੱਚ ਨੌਕਰੀ ਕਰਦੇ ਸਨ ਅਤੇ ਉੱਥੇ ਹੀ ਰਹਿੰਦੇ ਸਨ। ਨੈਕਸਟ ਪ੍ਰਸ਼ਨ ਲੱਕੜਹਾਰੇ ਨੇ ਤੋਤੇ ਦੀ ਸੇਵਾ ਕਿਵੇਂ ਕੀਤੀ? ਉੱਤਰ ਲੱਕੜਹਾਰਾ ਸਵੇਰੇ ਸ਼ਾਮ ਤੋਤੇ ਦੇ ਜ਼ਖਮਾਂ ਉੱਤੇ ਮੱਲਮ ਲਗਾਉਂਦਾ ਅਤੇ ਪਿਆਰ ਨਾਲ ਉਸਨੂੰ ਰੋਟੀ ਖਵਾਉਂਦਾ ਅਤੇ ਪਾਣੀ ਪਿਆਉਂਦਾ। ਨੈਕਸਟ ਪ੍ਰਸ਼ਨ ਤੋਤਾ ਕੀ ਸੋਚ ਕੇ ਉੜ ਗਿਆ? ਤੋਤੇ ਨੇ ਸੋਚਿਆ ਕਿ ਆਜ਼ਾਦੀ ਉਸਦਾ ਜਮਾਂਦਰੂ ਅਧਿਕਾਰ ਹੈ ਅਤੇ ਪਿੰਜਰੇ ਵਿੱਚ ਰਹਿਣਾ ਬੁਜ਼ਦਿਲੀ ਹੈ। ਨੈਕਸਟ ਪ੍ਰਸ਼ਨ ਲੱਕੜਹਾਰੇ ਨੇ ਕੰਡਿਆਲੀ ਝਾੜੀ ਵਿੱਚ ਜਾ ਕੇ ਕੀ ਕੀਤਾ? ਲੱਕੜਹਾਰਾ ਝਾੜੀ ਕੋਲ ਬੈਠ ਗਿਆ। ਉਸ ਨੇ ਝਾੜੀ ਵਿੱਚੋਂ ਤੋਤੇ ਦਾ ਅੜਿਆ ਖੰਭ ਕੱਢਿਆ। ਖੰਭ ਕੱਢਦਿਆਂ ਉਸ ਦੇ ਕੰਡਾ ਚੁੱਭ ਗਿਆ ਅਤੇ ਖੂਨ ਨਿਕਲਣ ਲੱਗਾ। ਖੰਭ ਹੱਥ ਵਿੱਚ ਫੜ ਕੇ ਲੱਕੜਹਾਰਾ ਫੁੱਟ-ਫੁੱਟ ਕੇ ਰੋਣ ਲੱਗ ਪਿਆ। Students, your homework is read this chapter thoroughly, complete your book exercises and your notebook also. Now have a nice day.